ਵਾਹਿਗੁਰੂ ਜੀ। ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਸੂਹੀ ਮਹਿਲਾ ਪੰਜਵਾਂ। ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾ ਮੈਂ ਵਾਸੈ ਭਗਤ ਪਿਆਰੇ। ਇਹ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸੂਹੀ ਰਾਗ ਉਚਾਰਨ ਕੀਤਾ ਹੋਇਆ ਹੈ, ਜੋ ਅੰਕ 739 ਤੇ ਸੁਭਾਇਮਾਨ ਹੈ। ਇਹ ਸ਼ਬਦ ਅਤਿਅੰਤ ਉੱਚੀ ਅਧਿਆਤਮਕ ਅਵਸਥਾ ਅਤੇ ਖਾਸ ਸਥਾਨ ਬਾਰੇ ਬਿਆਨ ਹੈ। ਇਸ ਵਿੱਚ ਇੱਕ ਅਜਿਹੇ ਅਧਿਆਤਮਕ ਮੰਡਲ ਬਾਰੇ ਜ਼ਿਕਰ ਕੀਤਾ ਗਿਆ ਹੈ ਜੋ ਜਪ ਬਾਣੀ ਵਿੱਚ ਕਰਮ ਖੰਡ ਦੱਸਿਆ ਗਿਆ ਹੈ। ਬੇਸ਼ੱਕ ਪਾਤਸ਼ਾਹ ਨੇ ਇਸ ਸ਼ਬਦ ਵਿੱਚ ਅਤ ਉੱਚੇ ਅਧਿਆਤਮਕ ਮੰਡਲ ਬਾਰੇ ਸੰਕੇਤ ਦਿੱਤੇ ਹਨ, ਪਰ ਇਹਨਾਂ ਸੰਕੇਤਾਂ ਨੂੰ ਸਮਝਣ ਲਈ ਜਾਂ ਤਾਂ ਆਪਣੀ ਉੱਚੀ ਅਵਸਥਾ ਹੋਵੇ ਜਾਂ ਕਿਸੇ ਉੱਚੇ ਮੰਡਲ ਦੇ ਵਾਸੀ ਮਹਾਤਮਾ, ਭਗਤ, ਸੰਤ, ਸਾਧੂ, ਹਰੀ ਦੇ ਜਨ, ਗੁਰਸਿੱਖ ਨੇੜੇ ਦੀ ਸੰਗਤ ਪ੍ਰਾਪਤ ਹੋਵੇ। ਇਹ ਵਿਦਵਤਾ ਜਾਂ ਤਰਕ, ਲੌਜਿਕ ਜਾਂ ਰੀਜ਼ਨ ਦਾ ਖੇਤਰ ਨਹੀਂ, ਕਿਉਂਕਿ ਵਿਦਵਾਨ ਅਤੇ ਵਿਗਿਆਨੀ ਦੋਵੇਂ ਉਹੀ ਕੁਝ ਮੰਨਦੇ ਹਨ ਜੋ ਸਿਰਫ ਇਹਨਾਂ ਚਰਮ ਚਕਸ਼ੂਆਂ ਨਾਲ ਵੇਖਿਆ ਜਾਂ ਅਨੁਭਵ ਕੀਤਾ ਜਾ ਸਕਦਾ ਹੈ। ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਬਗਦਾਦ ਵਿਖੇ ਪੀਰ ਦਸਤਗੀਰ ਨੇ ਜਪ ਬਾਣੀ ਵਿੱਚ ਬਿਆਨ ਕੀਤੇ ਲੱਖਾਂ ਆਕਾਸ਼ ਤੇ ਪਤਾਲ ਦੀ ਦੱਸੀ ਹੋਂਦ ਬਾਰੇ ਸ਼ੰਕਾ ਕੀਤਾ ਸੀ ਅਤੇ ਦਿਖਾਉਣ ਦੀ ਮੰਗ ਕੀਤੀ ਸੀ, ਤਾਂ ਗੁਰੂ ਸਾਹਿਬ ਨੇ ਉਸ ਦੇ ਪੁੱਤਰ ਨੂੰ ਇਹ ਕੁਝ ਦਿਖਾਉਣਾ ਮੰਨ ਲਿਆ ਅਤੇ ਪੀਰ ਦੇ ਅੱਖ ਫੁਰਕ ਦੇ ਸਮੇਂ ਵਿੱਚ ਉਸ ਦੇ ਪੁੱਤਰ ਨੂੰ ਲੱਖਾਂ ਆਕਾਸ਼ ਪਤਾਲ ਦਿਖਾ ਦਿੱਤੇ। ਅਖੌਤੀ ਬੁੱਧੀਜੀਵੀਆਂ ਦੇ ਮੂੰਹ ਬੰਦ ਕਰਨ ਲਈ ਧੁਰ ਪਤਾਲ ਤੋਂ ਲਿਆ ਹੋਇਆ ਕੜਾ ਪ੍ਰਸ਼ਾਦ ਦਾ ਕਚਕੌਲ ਉਸ ਦੇ ਹੱਥਾਂ ਵਿੱਚ ਸੀ, ਜਿਸ ਕਰਕੇ ਪੀਰ ਸਮੇਤ ਸਭ ਦੇ ਮੂੰਹ ਬੰਦ ਹੋ ਗਏ। ਭਾਈ ਗੁਰਦਾਸ ਜੀ ਅਨੁਸਾਰ ਇਹ ਜ਼ਾਹਰ ਕਲਾ ਸੀ ਜੋ ਛੁਪਾਇਆ ਛੁਪ ਨਹੀਂ ਸਕਦੀ। ਨਾਲ ਲੀਤਾ ਬੇਟਾ ਪੀਰ ਦਾ, ਅੱਖੀਂ ਮੀਟ ਗਿਆ ਹਵਾਈ, ਲੱਖ ਆਕਾਸ਼ ਪਤਾਲ ਲਖ ਅੱਖ ਫੁਰੰਕ ਵਿੱਚ ਸਭ ਦਿਖਲਾਈ। ਭਰ ਕਚਕੌਲ ਪ੍ਰਸਾਦ ਦਾ, ਧੁਰੋਂ ਪਤਾਲੋਂ ਲਈ ਕੜਾਈ, ਜ਼ਾਹਰ ਕਲਾ ਨ ਛਪੈ ਛਪਾਈ। ਭਾਈ ਗੁਰਦਾਸ ਜੀ ਵਾਰ ਪਹਿਲੀ, ਪੌੜੀ 36ਵੀਂ। ਇਸੇ ਤਰ੍ਹਾਂ ਭਗਤਾਂ ਦੇ ਵੀ ਇਸ ਧਰਤੀ ਤੋਂ ਇਲਾਵਾ ਹੋਰ ਵੀ ਮੰਡਲ ਹੁੰਦੇ ਹਨ। ਅਜਿਹੇ ਇੱਕ ਮੰਡਲ ਦੀ ਗੱਲ ਸ੍ਰੀ ਗੁਰੂ ਨਾਨਕ ਸਾਹਿਬ ਨੇ ਜਪ ਬਾਣੀ ਵਿੱਚ ਵੀ ਕਹੀ ਹੈ, ਜਿਸ ਨੂੰ ਵਿਦਵਾਨ ਚੌਥਾ ਅਖੰਡ ਮਾਤਰ ਕਹਿ ਕੇ ਸਾਰ ਦਿੰਦੇ ਹਨ। ਗੁਰੂ ਸਾਹਿਬ ਨੇ ਇਸ ਮੰਡਲ ਵਿੱਚ ਧਰਤੀ ਤੋਂ ਇਲਾਵਾ ਹੋਰ ਅਨੇਕ ਮੰਡਲਾਂ ਦੇ ਭਗਤਾਂ ਦੇ ਵਸਣ ਦੀ ਗੱਲ ਦੱਸੀ ਹੈ। ਜੇ ਇਹ ਸਿਰਫ ਇੱਕ ਅਧਿਆਤਮਕ ਅਵਸਥਾ ਦੇ ਹੀ ਇੱਕ ਖੰਡ ਦੀ ਗੱਲ ਹੁੰਦੀ ਤਾਂ ਗੁਰੂ ਸਾਹਿਬ ਕਈ ਲੋਕਾਂ ਦੇ ਭਗਤਾਂ ਦੇ ਵਸਣ ਦੀ ਗੱਲ ਕਿਉਂ ਕਹਿੰਦੇ? ਤਿੱਥੈ ਭਗਤ ਵਸੈ ਕੇ ਲੋ, ਕਈ ਲੋਕਾਂ ਦੇ ਉੱਥੇ ਕਈ ਲੋਕਾਂ ਦੇ ਭਗਤ ਵਸਦੇ ਹਨ। ਤਿੱਥੈ ਭਗਤ ਵਸੈ ਕੇ ਲੋ। ਵਿਗਿਆਨੀ ਤੇ ਵਿਦਵਾਨ ਧਰਤੀ ਤੋਂ ਇਲਾਵਾ ਹੋਰ ਲੋਕਾਂ ਜਾਂ ਮੰਡਲਾਂ ਵਿੱਚ ਵਸਦੇ ਭਗਤਾਂ ਦੀ ਸੱਚਾਈ ਨੂੰ ਨਹੀਂ ਮੰਨ ਸਕਦੇ, ਪਰ ਅੱਜ ਉਹ ਹੋਰਨਾਂ ਧਰਤੀਆਂ ਤੇ ਵਸਦੇ ਮਨੁੱਖਾਂ ਵਰਗੇ ਜੀਵਾਂ ਦੀ ਹੋਂਦ ਦੀ ਸੰਭਾਵਨਾ ਤੋਂ ਇਨਕਾਰੀ ਵੀ ਨਹੀਂ। ਜਦਕਿ ਗੁਰੂ ਸਾਹਿਬ ਤਾਂ ਇਸ ਤੱਥ ਨੂੰ ਸਪਸ਼ਟ ਹੀ ਦੱਸ ਰਹੇ ਹਨ ਕਿ ਜਦੋਂ ਉਹ ਵਚਨ ਕਰਦੇ ਹਨ ਕਿ ਕਰਮ ਭੂਮੀਆਂ ਅਨੇਕ ਹਨ, ਭਾਵ ਅਨੇਕਾਂ ਅਜਿਹੀਆਂ ਭੂਮੀਆਂ ਹਨ ਜਿੱਥੇ ਕਰਮ ਹੋ ਰਹੇ ਹਨ। ਕਰਮ ਤਾਂ ਚੇਤਨ ਹੋਂਦ ਵਾਲਾ ਪ੍ਰਾਣੀ ਜਾਂ ਕੌਨਸ਼ੀਅਸ ਬੀਇੰਗ ਹੀ ਕਰਦਾ ਹੈ, ਜੋ ਇਸ ਧਰਤੀ ਤੇ ਸਿਰਫ ਮਨੁੱਖ ਹੀ ਹੈ। ਸਪਸ਼ਟ ਹੈ ਕਿ ਅਨੇਕਾਂ ਹੋਰ ਧਰਤੀਆਂ ਤੇ ਮਨੁੱਖ ਵਰਗੇ ਚੇਤਨ ਹੋਂਦ ਵਾਲੇ ਪ੍ਰਾਣੀ ਜਾਂ ਕੌਨਸ਼ੀਅਸ ਬੀਇੰਗ ਹਨ। ਕੇਤੀਆਂ ਕਰਮ ਭੂਮੀ। ਅੰਕ 7 ਜਪ ਬਾਣੀ ਦੀਆਂ 17ਵੀਂ ਤੇ 18ਵੀਂ ਪੌੜੀਆਂ ਵਿੱਚ ਅਸੰਖ ਦਾ ਜ਼ਿਕਰ ਹੈ। ਅਸੰਖ ਹੀ ਜਪ ਕਰਨ ਵਾਲੇ ਹਨ, ਅਸੰਖ ਹੀ ਤਪ ਕਰਨ ਵਾਲੇ ਹਨ। ਇਸੇ ਤਰ੍ਹਾਂ ਭਗਤ ਤੇ ਕਈ ਹੋਰ ਵੀ ਅਸੰਖ ਹਨ। ਗਿਣਤੀ ਵਿੱਚ ਕਰੋੜ ਤੋਂ ਬਾਅਦ ਅਰਬ, ਖਰਬ, ਨੀਲ, ਪਦਮ ਅਤੇ ਫਿਰ ਸੰਖ ਆਉਂਦਾ ਹੈ। ਪੂਰੀ ਧਰਤੀ ਤੇ ਮਨੁੱਖੀ ਵਸੋਂ ਅੱਜ ਤੱਕ ਸੰਖ ਤੀਕ ਨਹੀਂ ਪੁੱਜੀ, ਤੇ ਫਿਰ ਗੁਰੂ ਸਾਹਿਬ ਤਾਂ ਅਸੰਖ ਦੀ ਗੱਲ ਕਰਦੇ ਹਨ, ਕਈ ਸੰਖਾਂ ਦੀ ਗੱਲ ਕਰਦੇ ਹਨ। ਸਪਸ਼ਟ ਹੈ ਉਹ ਇਸ ਧਰਤੀ ਤੋਂ ਪਰੇ ਹੋਰ ਲੱਖਾਂ ਆਕਾਸ਼ਾਂ ਪਤਾਲਾਂ ਤੇ ਵਸਦੇ ਹੋਣਗੇ। ਇਸੇ ਤਰ੍ਹਾਂ ਇਸ ਸ਼ਬਦ ਵਿੱਚ ਉੱਚਤਮ ਅਧਿਆਤਮਕ ਅਵਸਥਾ ਦੇ ਨਾਲ ਵੱਖਰੇ ਭਗਤਾਂ ਦੇ ਮੰਡਲ ਦੀ ਵੀ ਗੱਲ ਕੀਤੀ ਗਈ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਹਨ, ਸੂਖ ਮਹਿਲ ਜਾਂ ਕੇ ਊਚ ਦੁਆਰੇ। ਉਸ ਪਰਮ ਸੁਖ ਦੀ ਅਵਸਥਾ ਵਿੱਚ ਮਹਿਲ ਦੇ ਉੱਚੇ ਅਪਹੁੰਚ ਟ੍ਰਾਂਸੈਂਡੈਂਟਲ ਸੋਭਨੀਕ ਦੁਆਰੇ ਹਨ। ਤਾਂ ਮੈਂ ਵਾਸੈ ਭਗਤ ਪਿਆਰੇ, ਜਿੱਥੇ ਵਾਹਿਗੁਰੂ ਦੇ ਪਿਆਰੇ ਭਗਤ ਜਨ ਵਸ। ਇਹ ਦੁਆਰੇ ਗੁਰੂ ਦੇ ਦੁਆਰੇ ਭਾਵ ਘਰ ਕਿਸੇ ਹੋਰ ਅਪਰਪਾਰ ਮੰਡਲ ਦੇ ਸੂਖ ਮਹਿਲ ਦੀ ਗੱਲ ਕੀਤੀ ਗਈ ਹੈ। ਇਸ ਮੰਡਲ ਵਿੱਚ ਸਿਰਫ ਭਗਤ ਜਨ, ਸੰਤ ਜਨ ਹੀ ਵਸਦੇ ਹਨ, ਜੋ ਸਦਾ ਹੀ ਪਰਮ ਸੁਖ ਦੀ ਅਵਸਥਾ ਵਿੱਚ ਰਹਿੰਦੇ ਹਨ। ਆਮ ਵਿਅਕਤੀ ਦੀ ਉੱਥੇ ਤੱਕ ਪਹੁੰਚ ਨਹੀਂ। ਆਮ ਮਨੁੱਖ ਵਿਗਿਆਨੀ ਤਾਂ ਅਜੇ ਨੇੜੇ ਤੇੜੇ ਹੀ ਜ਼ਿੰਦਗੀ ਲੱਭਣ ਲਈ ਟੱਕਰਾਂ ਮਾਰਦਾ ਫਿਰਦਾ ਹੈ। ਵਿਦਵਾਨ ਆਪਣੀ ਫੋਕੀ ਵਿੱਦਿਆ ਦੇ ਹੰਕਾਰ ਵਿੱਚ ਟੱਕਰਾਂ ਮਾਰਦਾ ਫਿਰਦਾ ਹੈ। ਜਿਵੇਂ ਕਿ ਭਾਈ ਗੁਰਦਾਸ ਜੀ ਨੇ ਕਾਗਜ਼ੀ ਵਿਦਵਾਨ ਨੂੰ ਸੂਫੀ ਅਤੇ ਭਗਤਾਂ ਨੂੰ ਮਤਵਾਲੇ ਕਹਿ ਕੇ ਅਸਲੀਅਤ ਦੱਸੀ ਹੈ ਕਿ ਭਗਤ ਨਾਮ ਰਸ ਪੀ ਪੀ ਕੇ ਵਾਹਿਗੁਰੂ ਦੇ ਪ੍ਰੇਮ ਵਿੱਚ ਮਸਤ ਹੋ ਜਾਂਦੇ ਹਨ, ਮਤਵਾਲੇ ਹੋ ਜਾਂਦੇ ਹਨ, ਪਰ ਨਾਮ ਵਿਹੂਣੇ ਵਿਦਵਾਨ ਪੂਜਾ, ਨਮਾਜ਼ਾਂ ਤੇ ਮੱਥੇ ਟੇਕਣ ਅਤੇ ਧਰਮ ਗ੍ਰੰਥਾਂ ਵਿੱਚ ਉਲਝ ਕੇ ਬਹਿਸਾਂ ਵਿੱਚ ਹੀ ਉਲਝੇ ਰਹਿੰਦੇ ਹਨ। ਮਤਵਾਲੇ ਅਮਲੀ ਹੋਏ ਪੀ ਪੀ ਚੜ੍ਹੇ ਸਹਿਜ ਘਰ ਜਾਏ, ਸਹਿਜ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਹਨ, ਸਹਿਜ ਘਰ ਵਿੱਚ ਪਹੁੰਚ ਜਾਂਦੇ ਹਨ। ਜਦਕਿ ਦੂਜੇ ਪਾਸੇ ਸੂਫੀ ਮਾਰਨ ਟੱਕਰਾਂ, ਪੂਜ ਨਿਵਾਜੇ ਸੀਸ ਨਿਵਾਏ। ਨਾਮ ਨਾ ਜਪਣ ਵਾਲਿਆਂ ਨੂੰ ਸੂਫੀ ਕਿਹਾ ਹੈ
ਕਿ ਨਾਮ ਨਾ ਜਪਣ ਵਾਲੇ ਟੱਕਰਾਂ ਮਾਰਦੇ ਫਿਰਦੇ ਹਨ। ਕਿਹਦੇ ਵਿੱਚ? ਪੂਜਾ ਕਰਨ ਵਿੱਚ, ਨਮਾਜ਼ ਪੜ੍ਹਨ ਵਿੱਚ, ਜਾਂ ਸੀਸ ਦੀਵਾਨ ਮੱਥੇ ਟੇਕਣ ਵਿੱਚ। ਵੇਦ ਕਤੇਬ ਅਜਾਬ ਵਿੱਚ ਕਰ ਕਰ ਖੁਸ਼ੀ ਬਹਿਸ ਬਹਿਸਾਈ। ਵੇਦਾਂ ਕਤੇਬਾਂ ਧਰਮ ਗ੍ਰੰਥਾਂ ਵਿੱਚ ਆਦਿ ਵਿੱਚ ਬਹਿਸਾਂ ਕਰ ਕਰਕੇ ਆਪਣੀ ਖੁਦੀ ਆਪਣੇ ਹਉਮੈ ਨੂੰ ਪੱਠੇ ਪਾਈ ਜਾਂਦੇ ਹਨ। ਅਗਲੀਆਂ ਪੰਕਤੀਆਂ ਹਨ। ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਵਿਰਲੇ ਕਾਹੂ ਨੇਤਰੋਂ ਡੀਠੀ। ਰਹਾਓ। ਸਹਿਜ ਕਥਾ ਗਿਆਨ ਅਵਸਥਾ ਵਿੱਚ ਕੀਤਾ ਗਿਆ ਪ੍ਰਭੂ ਦਾ ਗੁਣਗਾਨ ਸਿਮਰਨ। ਨੇਤਰੋਂ ਨੇਤਰਾਂ ਨਾਲ, ਅੱਖਾਂ ਨਾਲ, ਡੀਠੀ ਵੇਖੀ। ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਵਿਰਲੇ ਕਾਹੂ ਨੇਤਰੋਂ ਡੀਠੀ। ਇੱਥੇ ਗਿਆਨ ਅਵਸਥਾ ਵਿੱਚ ਪ੍ਰਭੂ ਦੇ ਗੁਣਾਂ ਦਾ ਬਖਾਨ ਭਾਵ ਸਿਮਰਨ ਕੀਤਾ ਜਾਂਦਾ ਹੈ। ਇੱਥੇ ਮੀਨਸ ਉਹਨਾਂ ਖੰਡਾਂ ਵਿੱਚ, ਉਹਨਾਂ ਕਥਾਵਾਂ ਤੇ ਜੋ ਅਤਿਅੰਤ ਮਿੱਠਾ ਤੇ ਰਸਦਾਈ ਹੁੰਦਾ ਹੈ। ਆਮ ਵਿਅਕਤੀ ਜੋ ਪ੍ਰਭੂ ਦੇ ਗੁਣਾਂ ਦਾ ਸਿਮਰਨ ਕਰਦੇ ਹਨ ਉਹ ਪ੍ਰਭੂ ਦੇ ਸੁਣੇ ਸੁਣਾਏ ਅਤੇ ਪੜ੍ਹੇ ਪੜ੍ਹਾਏ ਗੁਣ ਹੁੰਦੇ ਹਨ। ਕਿਸੇ ਨੇ ਵੇਖੇ ਅਨੁਭਵ ਕੀਤੇ ਨਹੀਂ ਹੁੰਦੇ। ਪਰ ਪ੍ਰਭੂ ਬਾਰੇ ਇਹ ਗੁਣਾਂ ਦਾ ਬਖਾਨ ਗਿਆਨ ਭਰਪੂਰ ਹੁੰਦਾ ਹੈ, ਵੇਖਿਆ ਹੋਇਆ ਮਾਣਿਆ ਹੋਇਆ ਹੁੰਦਾ ਹੈ, ਤਾਂ ਹੀ ਪਰਮ ਆਨੰਦਦਾਈ ਅਤੇ ਸੁਖਦਾਈ ਹੁੰਦਾ ਹੈ। ਪ੍ਰਭੂ ਦੇ ਮਾਣੇ ਹੋਏ ਗੁਣਾਂ ਦਾ ਬਖਾਨ ਅਤ ਮਿੱਠਾ ਹੁੰਦਾ ਹੈ। ਜਿਵੇਂ ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਪ੍ਰਭੂ ਦੇ ਗੁਣਾਂ ਦਾ ਬਖਾਨ ਹੋਰ ਸਾਰੇ ਸਵਾਦਾਂ ਤੋਂ ਮਿੱਠਾ ਦੱਸਿਆ ਹੈ। ਅਵਰ ਸਾਲ ਚਖ ਸਗਲੇ ਦੇਖੇ, ਮਨ ਹਰ ਰਸ ਸਭ ਤੇ ਮੀਠਾ ਜੀਓ। ਮੈਂ ਹੋਰ ਸਾਰੇ ਸਵਾਦ ਚੱਖ ਕੇ ਵੇਖ ਲਏ ਹਨ, ਪਰ ਵਾਹਿਗੁਰੂ ਦੇ ਹਰੀ ਦਾ ਰਸ, ਨਾਮ ਦਾ ਰਸ ਸਭ ਤੋਂ ਮਿੱਠਾ ਹੈ। ਅੰਕ 100। ਜਿਹੜਾ ਮਨੁੱਖ ਅਸਲ ਗੁਣਾਂ ਨੂੰ ਵੇਖੇ ਬਿਨਾਂ ਸੁਣੇ ਸੁਣਾਏ ਪੜ੍ਹੇ ਪੜ੍ਹਾਏ ਗੁਣਾਂ ਦਾ ਬਖਾਨ ਕਰਦਾ ਹੈ ਉਸ ਨੂੰ ਅਸਲ ਸਵਾਦ ਤਾਂ ਆ ਹੀ ਨਹੀਂ ਸਕਦਾ। ਪਾਤਸ਼ਾਹ ਨੇ 218 ਅੰਕ ਤੇ ਫਰਮਾਨ ਕੀਤਾ ਹੈ, ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ। ਹੋਰ ਬਚਨ ਹਨ ਕਿ ਜਦੋਂ ਸੱਚੇ ਗੁਰੂ ਦੇ ਤੁੱਠਣ ਤੇ ਸਹਿਜ ਗਿਆਨ ਦੀ ਪ੍ਰਾਪਤੀ ਹੋ ਗਈ ਤਾਂ ਵਾਹਿਗੁਰੂ ਦੇ ਨਾਮ ਦਾ ਰਸ ਚੱਖਣ ਤੇ ਮਿੱਠਾ ਲੱਗ ਗਿਆ। ਚਾਖੇੜਾ ਚਾਖੇੜਾ ਮੈਂ ਹਰ ਰਸ ਮੀਠਾ, ਰਾਮ ਹਰ ਰਸ ਮੀਠਾ ਮਨ ਮੈਂ ਬੂਠਾ, ਸਤਿਗੁਰ ਤੂਠਾ ਸਹਿਜ ਪਿਆ। ਅੰਕ 452। ਅਗਲੀ ਪੰਕਤੀ ਹੈ, ਵਿਰਲੇ ਕਾਹੂ ਨੇਤਰੋਂ ਡੀਠੀ। ਸਹਿਜ ਕਥਾ ਵਾਹਿਗੁਰੂ ਦੀ ਜਿਹੜੀ ਬਹੁਤ ਮਿੱਠੀ ਹੈ ਉਹ ਕਿਸੇ ਵਿਰਲੇ ਨੇ ਆਪਣੇ ਨੇਤਰਾਂ ਨਾਲ ਵੇਖੀ ਹੈ। ਪਰ ਇਹ ਸਹਿਜ ਕਥਾ ਜੋ ਵਾਹਿਗੁਰੂ ਦਾ ਗਿਆਨ ਹਾਸਲ ਹੋਣ ਤੇ ਉਸਦੇ ਗੁਣਾਂ ਨੂੰ ਵੇਖ ਕੇ ਮਾਣ ਕੇ ਉਹਨਾਂ ਦਾ ਬਖਾਨ ਕੀਤਾ ਹੁੰਦਾ ਹੈ। ਇਹ ਰੱਬੀ ਗੁਣਾਂ ਦਾ ਗਿਆਨਾਤਮਕ ਬਿਆਨ ਨਿਰਾਲਾ ਹੁੰਦਾ ਹੈ। ਇੰਝ ਵਾਹਿਗੁਰੂ ਦੇ ਗੁਣਾਂ ਨੂੰ ਕਿਸੇ ਵਿਰਲੇ ਨੇ ਆਪਣੇ ਨੇਤਰਾਂ ਨਾਲ ਵੇਖਿਆ ਹੁੰਦਾ ਹੈ, ਪ੍ਰਤੱਖ ਵੇਖਿਆ ਹੁੰਦਾ ਹੈ। ਉਸ ਸੂਖ ਮਹਿਲ ਵਿੱਚ ਭਗਤ ਜਨ ਪ੍ਰਭੂ ਦੇ ਗੁਣਾਂ ਦਾ ਬਖਾਨ ਕਰਦੇ ਹਨ ਜੋ ਉਹਨਾਂ ਨੇ ਵੇਖੇ ਹੋਏ ਹੁੰਦੇ ਹਨ। ਰਹਾਓ। ਤਾਂ ਹੀ ਪੰਜਵੇਂ ਪਾਤਸ਼ਾਹ ਅਜਿਹੀ ਪ੍ਰਭੂ ਦੇ ਗੁਣਾਂ ਦੀ ਸਾਖੀ ਸੁਣਨ ਨੂੰ ਕਹਿੰਦੇ ਹਨ, ਕਿਉਂਕਿ ਸੰਤ ਉਹ ਸੁਣਾਉਂਦੇ ਹਨ ਜੋ ਉਹਨਾਂ ਨੇ ਵੇਖਿਆ ਹੁੰਦਾ ਹੈ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੇ। ਉਹ ਬੋਲਦੇ ਹਨ ਜੋ ਵੇਖ ਕੇ ਆਖਦੇ ਹਨ। ਅੰਕ 894। ਸ੍ਰੀ ਗੁਰੂ ਨਾਨਕ ਸਾਹਿਬ ਨੇ ਵੀ ਫਰਮਾਨ ਕੀਤਾ ਹੈ ਕਿ ਨਾਮ ਦੇ ਪ੍ਰਤਾਪ ਸਦਕਾ ਭਗਤ ਉਹ ਬੋਲਦਾ ਹੈ ਜੋ ਜ਼ਾਹਰ ਵੇਖਦਾ ਹੈ, ਸੁਣੀ ਸੁਣਾਈ ਗੱਲ ਨਹੀਂ ਵੇਖ ਕਰਦਾ। ਪ੍ਰਗਟ ਪਹਾੜੈ ਜਾਪਦਾ, ਸਭ ਨਾਵੇਂ ਨੋ ਪ੍ਰਤਾਪ ਦਾ। ਨਾਮ ਦਾ ਪ੍ਰਤਾਪ ਹੈ। ਪੰਚਮ ਪਾਤਸ਼ਾਹ ਵੀ ਅੰਕ 316 ਤੇ ਅਜਿਹਾ ਹੀ ਫਰਮਾਨ ਕਰਦੇ ਹਨ ਕਿ ਚੂੰਕਿ ਭਗਤ ਪ੍ਰਗਟ ਪਹਾੜੈ ਵੇਖ ਕੇ ਬੋਲਦੇ ਹਨ, ਇਸ ਲਈ ਉਹਨਾਂ ਦੇ ਬੋਲੇ ਸਭ ਲਫ਼ਜ਼ ਬਚਨ ਹੁੰਦੇ ਹਨ, ਬਾਣੀ ਦਾ ਦਰਜਾ ਰੱਖਦੇ ਹਨ ਜੋ ਸਭ ਲੋਕ ਸੁਣਦੇ ਹਨ। ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ, ਕਿਉਂਕਿ ਸਾਹਮਣੇ ਵੇਖ ਕੇ ਬੋਲਦੇ ਹੈ। ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ, ਪ੍ਰਗਟ ਪਹਾੜੈ ਜਾਪਦੇ ਸਭ ਲੋਕ ਸੁਣਨਦੇ। ਵਾਹਿਗੁਰੂ ਦੇ ਇਹਨਾਂ ਨੇਤਰਾਂ ਨਾਲ ਵੇਖੇ ਗੁਣਾਂ ਦਾ ਆਨੰਦ ਸੁਣੇ ਸੁਣਾਏ ਜਾਂ ਪੜ੍ਹੇ ਪੜ੍ਹਾਏ ਗੁਣਾਂ ਨਾਲੋਂ ਕੁਝ ਵੱਖਰਾ ਹੀ ਕਮਾਲ ਦਾ ਹੁੰਦਾ ਹੈ। ਭਗਤ ਕਬੀਰ ਜੀ ਅਨੁਸਾਰ ਇਸ ਦੇ ਬਿਆਨ ਨਾਲ ਨਹੀਂ, ਖੁਦ ਵੇਖਣ ਨਾਲ ਹੀ ਅਸਲ ਆਨੰਦ ਆਉਂਦਾ ਹੈ। ਅਸਲ ਆਨੰਦ ਤਾਂ ਵੇਖਿਆ ਹੀ ਆਉਂਦਾ ਹੈ। ਕਬੀਰ ਚਰਨ ਕਮਲ ਕੀ ਮੌਜ ਕੋ, ਵਾਹਿਗੁਰੂ ਦੇ ਚਰਨ ਕਮਲਾਂ ਵਿੱਚ ਰਹਿਣ ਦੇ ਉਸ ਖੰਡ ਦਾ ਆਨੰਦ ਜਾ ਹੈ। ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਉਹਦਾ ਅਨੁਮਾਨ ਕਿਵੇਂ ਲੱਗ ਸਕਦਾ। ਕਹਿ ਬੇ ਕੋ ਸੋਭਾ ਨਹੀਂ, ਦੇਖਾ ਹੀ ਪਰਵਾਨ। ਕਹਿਣ ਨਾਲ ਨਹੀਂ ਗੱਲ ਬਣਦੀ, ਵੇਖਣ ਨਾਲ ਹੀ ਗੱਲ ਬਣਦੀ ਹੈ। ਅੰਕ 1370। ਇਹ ਮਾਣਨ ਨਾਲ ਹਿਰਦੇ ਵਿੱਚੋਂ ਨਿਕਲਿਆ ਵਾਹ ਕਹਿਣ ਦਾ ਅੰਦਾਜ਼ ਹੀ ਕੁਝ ਵੱਖਰਾ ਹੁੰਦਾ ਹੈ। ਵਾਹਿਗੁਰੂ ਵਾਹਿਗੁਰੂ ਕਹਿਣਾ ਗੱਲ ਵੱਖਰੀ ਹੈ, ਜੇ ਇਹਨੂੰ ਵੇਖ ਕੇ ਜਦੋਂ ਮੂੰਹ ਚੋਂ ਨਿਕਲਦਾ ਹੈ, ਹਿਰਦੇ ਚੋਂ ਨਿਕਲਦਾ ਹੈ ਵਾਹ, ਤੇ ਉਹ ਤਾਂ ਗੱਲ ਹੀ ਵੱਖਰੀ। ਅਗਲੀਆਂ ਪੰਕਤੀਆਂ ਹਨ, ਤਹਿ ਗੀਤ ਨਾਦ ਅਖਾਰੇ ਸੰਗਾ, ਊਹਾਂ ਸੰਤ ਕਰੇ ਹਰ ਰੰਗਾ। ਗੀਤ ਸਿਫਤ ਸਲਾਹ, ਨਾਦ ਧੁਨੀ, ਅਖਾਰੇ ਰੰਗ ਭੂਮੀ, ਰੰਗਾ ਦਰਸ਼ਨਾਂ ਅਤੇ ਨਾਮ ਦਾ ਆਨੰਦ ਮਾਣ। ਤਹਿ ਗੀਤ ਨਾਦ ਅਖਾਰੇ ਸੰਗਾ। ਉਸ ਉੱਚੇ ਮਹਿਲ ਵਿੱਚ ਭਗਤਾਂ ਦੀ ਰੰਗ ਭੂਮੀ ਵਿੱਚ ਭਾਵ ਭਗਤਾਂ ਦੀ ਸਮੂਹ ਸੰਗਤ ਵਿੱਚ ਵਾਹਿਗੁਰੂ ਦੇ ਗੁਣਾਂ ਦੇ ਜਸ ਦਾ ਨਾਦ ਗੂੰਜਦਾ ਹੈ। ਇਹ ਨਾਦ ਸਾਡੇ ਇਹਨਾਂ ਕੰਨਾਂ ਦਾ ਵਿਸ਼ਾ ਨਹੀਂ। ਨਾਮ ਅਭਿਆਸ ਵਿੱਚ ਜੂਝ ਚੁੱਕੇ ਉਸ ਰੰਗ ਮਹਿਲ ਦੇ ਵਿੱਚ, ਉਸ ਅਖਾੜੇ ਦੇ ਵਿੱਚ ਨਾਮ ਅਭਿਆਸ ਵਿੱਚ ਜੂਝ ਚੁੱਕੇ, ਮਨ ਰਾਹੀਂ ਚਿੱਤ ਦੀ ਇਕਾਗਰਤਾ ਨੂੰ ਹਾਸਲ ਕਰ ਚੁੱਕੇ ਭਗਤਾਂ ਦੀ ਹੀ ਇੱਥੋਂ ਤੱਕ ਪਹੁੰਚ ਹੁੰਦੀ ਹੈ ਅਤੇ ਇਸ ਦਾ ਅਨੁਭਵ ਵੀ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਫਰਮਾਨ ਕੀਤਾ ਹੈ ਕਿ ਉੱਥੇ ਭਾਵ ਅਜਿਹੇ ਅਨੇਕਾਂ ਮੰਡਲਾਂ ਵਿੱਚ ਅਧਿਆਤਮਕ ਗਿਆਨ ਵਾਲੇ ਭਗਤਾਂ ਦੀਆਂ, ਸੰਤਾਂ ਦੀਆਂ ਅਨੇਕਾਂ ਅਤੇ ਅਨੰਤ ਰੰਗ ਭੂਮੀਆਂ ਹਨ, ਜਿੱਥੇ ਪਾਰ ਬ੍ਰਹਮ ਦੇ ਸੰਗੀ ਭਗਤ ਜਨ
ਰਹਿੰਦੇ ਹਨ। ਤਹਿ ਸਹਿਜ ਅਖਾਰੇ ਅਨੇਕ ਅਨੰਤਾ, ਅਨੇਕਾਂ ਹਨ। ਪਾਰ ਬ੍ਰਹਮ ਕੇ ਸੰਗੀ ਸੰਤਾ, ਜਿੱਥੇ ਪਾਰ ਦੇ ਨਾਲ ਸੰਗ ਰਹਿਣ ਵਾਲੇ ਸੰਤ ਜਨ ਵਸਦੇ ਹਨ। ਇਸ ਤਰ੍ਹਾਂ ਭਗਤ ਵੀ ਅਨੇਕ ਅਤੇ ਅਨੰਤ ਹਨ। ਜਿਵੇਂ ਕਿ ਸ੍ਰੀ ਗੁਰੂ ਨਾਨਕ ਸਾਹਿਬ ਨੇ ਵੀ ਜਪ ਬਾਣੀ ਵਿੱਚ ਪੂਰੀ ਇੱਕ ਪੌੜੀ ਹੀ ਅੰਕਿਤ ਕਰ ਦਿੱਤੀ ਹੈ। ਅਸੰਖ ਜਪ ਅਸੰਖ ਪਾਓ। ਅੱਗੋਂ ਕਹਿੰਦੇ ਹਨ ਅਸੰਖ ਭਗਤ ਗੁਣ ਗਿਆਨ ਵਿਚਾਰ, ਸਾਰੇ ਅਸੰਖ ਹਨ। ਤਹਿ ਗੀਤ ਨਾਦ ਅਖਾਰੇ ਸੰਗਾ, ਊਹਾਂ ਸੰਤ ਕਰੇ ਹਰ ਰੰਗ। ਉੱਥੇ ਭਗਤਾਂ ਦੇ ਉਹਨਾਂ ਮੰਡਲਾਂ ਵਿੱਚ ਸੰਤ ਜਨ ਵਾਹਿਗੁਰੂ ਦੇ ਜ਼ਾਹਰਾ ਜਸ ਨਾਮ ਦੇ ਰੰਗ ਵਿੱਚ ਆਨੰਦ ਮਾਣਦੇ ਹਨ। ਪੰਚਮ ਪਾਤਸ਼ਾਹ ਨੇ ਫਰਮਾਨ ਕੀਤਾ ਹੈ, ਇਹੋ ਜਿਹੇ ਸਥਾਨ ਤੇ ਸਾਧ ਜਨ ਇਕੱਤਰ ਹੁੰਦੇ ਹਨ, ਹਰੀ ਦੇ ਨਾਮ ਦਾ ਜਸ ਕਰਦੇ ਹਨ ਅਤੇ ਕਾਵਮਈ ਢੰਗ ਨਾਲ ਵੀ ਉਸਦੇ ਗੁਣਾਂ ਦਾ ਗਾਇਨ ਕਰਦੇ ਹਨ। ਇਹੀ ਕਵਿਤ ਹੁੰਦੇ ਹਨ, ਇਹੀ ਬਾਣੀ ਹੁੰਦੀ ਹੈ ਜੋ ਧੁਰ ਤੋਂ ਆਉਂਦੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਦੇ ਹਰਮਨ ਪਿਆਰੇ ਬੋਲ, ਮਰਦਾਨਿਆਂ ਛੇੜ ਰਬਾਬ ਬਾਣੀ ਆਈਏ, ਇਹੋ ਜਿਹਾ ਹੀ ਗੁਣਾਂ ਦਾ ਗਾਇਨ ਹੁੰਦਾ ਸੀ। ਦੂਜੇ ਧਰਮਾਂ ਵਿੱਚ ਇਸ ਨੂੰ ਇਲਹਾਮ ਵੀ ਕਿਹਾ ਗਿਆ ਹੈ, ਪਰ ਇਲਹਾਮ ਸੀਮਿਤ ਹੁੰਦਾ ਆਇਆ ਹੈ, ਇਹ ਅਸੀਮ ਹੈ। ਉਹਨਾਂ ਭਗਤ ਜਨਾਂ ਦੀ ਸਭਾ ਵਿੱਚ ਆਨੰਦ ਦਾ ਵਿਸਰਾਮ ਹੁੰਦਾ ਹੈ। ਪੰਚਮ ਪਾਤਸ਼ਾਹ ਅਨੁਸਾਰ ਅਜਿਹੇ ਮਹਾਂਪੁਰਖਾਂ ਦੀ ਸੰਗਤ ਉਹ ਪ੍ਰਾਪਤ ਕਰਦਾ ਹੈ ਜਿਸ ਦੇ ਮਸਤਕ ਤੇ ਧੁਰੋਂ ਹੀ ਲਿਖਿਆ ਹੁੰਦਾ ਹੈ, ਜਹ ਸਾਧ ਸੰਤਨ ਹੋਵੇ ਇਕੱਤਰ, ਤੈ ਹਰ ਜਸ ਗਾਵੇ ਨਾਦ ਕਵਿਤ, ਸਾਧ ਸਭਾ ਮੈਂ ਅਨੰਦ ਬਿਸਰਾਮ, ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ। ਅੰਕ 676। ਭਗਤ ਕਬੀਰ ਜੀ ਨੇ ਇਸੇ ਸੰਗਤ ਨੂੰ ਹੀ ਇੱਥੇ ਵੀ ਤੇ ਉੱਥੇ ਵੀ ਬੈਕੁੰਠ ਕਿਹਾ ਹੈ। ਫਰਮਾਨ ਕਰਦੇ ਹਨ ਕਿ ਮੈਂ ਗੱਲ ਕਿਵੇਂ ਸਮਝਾਵਾਂ ਕਿ ਇਹੀ ਸਾਧੂ ਜਨਾਂ ਦੀ ਸੰਗਤ ਹੀ ਬੈਕੁੰਠ ਹੈ। ਕਹੋ ਕਬੀਰ ਇਹ ਕਹੀ ਹੈ ਕਾਹੇ, ਸਾਧ ਸੰਗਤ ਬੈਕੁੰਠੈ ਆਹੇ। ਅੰਕ 325। ਅਗਲੀਆਂ ਪੰਕਤੀਆਂ ਹਨ, ਤਹਿ ਮਰਨ ਨ ਜੀਵਨ ਸੋਗ ਨ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਉਹ ਭਗਤ ਜਨਾਂ ਦਾ ਸੰਤ ਜਨਾਂ ਦਾ ਮੰਡਲ ਅਜਿਹਾ ਹੈ ਜਿੱਥੇ ਨਾ ਮਰਨ ਹੈ, ਨਾ ਜੰਮਣ ਹੈ, ਨਾ ਕੋਈ ਸੋਗ ਹੈ, ਨਾ ਕੋਈ ਗਮ ਹੈ, ਨਾ ਕੋਈ ਹਰਖ ਹੈ। ਉੱਥੇ ਤਾਂ ਨਿਰੀ ਅਡੋਲਤਾ ਦੀ ਅਵਸਥਾ ਹੈ। ਪਾਤਸ਼ਾਹ ਫਰਮਾਨ ਕਰਦੇ ਹਨ ਕਿ ਉਸ ਦਰ ਜਾਂ ਊਚ ਦੁਆਰੇ ਤੇ ਜੋ ਭਗਤ ਜਨ ਉਸ ਅਲਖ ਵਾਹਿਗੁਰੂ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਦੀ ਆਰਾਧਨਾ ਕਰਦੇ ਹਨ, ਉਸ ਦੁਆਰੇ ਤੇ ਭਗਤ ਨਿਚਲ ਆਸਣ ਨੂੰ ਪ੍ਰਾਪਤ ਹੋ ਜਾਂਦੇ ਹਨ। ਉੱਥੇ ਨਾ ਜੰਮਣ ਹੈ, ਨਾ ਮਰਨ ਹੈ, ਨਾ ਹੀ ਆਉਣ ਜਾਣ ਦਾ ਕੋਈ ਸੰਸਾ ਹੀ ਹੈ। ਇਹ ਸਾਰੇ ਦੁੱਖ ਉੱਥੇ ਮਿਟ ਚੁੱਕੇ ਹੁੰਦੇ ਹਨ। ਹਰ ਦਰ ਸੇਵੇ ਅਲਖ ਅਪੇਵੇ, ਨਿਚਲ ਆਸਣ ਪਾਇਆ, ਤਹਿ ਜਨਮ ਨ ਮਰਨ ਨ ਆਵਣ ਜਾਣਾ, ਸੰਸਾ ਦੁਖ ਮਿਟਾਇਆ। ਅੰਕ 79। ਤਹਿ ਮਰਨ ਨ ਜੀਵਨ ਸੋਗ ਨ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਉੱਥੇ ਵਾਹਿਗੁਰੂ ਦੀ ਸਿਫਤ ਸਲਾਹ ਦੀ ਜੋ ਗਿਆਨ ਚਕਸ਼ੂਆਂ ਨਾਲ ਵੇਖੀ ਹੋਈ ਹੈ, ਸੱਚੇ ਨਾਮ ਦੀ ਅੰਮ੍ਰਿਤਮਈ ਵਰਖਾ ਨਿਰੰਤਰ ਜਾਰੀ ਰਹਿੰਦੀ ਹੈ। ਵੇਖੀ ਹੋਈ, ਸੁਣੀ ਹੋਈ ਨਹੀਂ, ਪੜ੍ਹੀ ਹੋਈ ਨਹੀਂ। ਪਾਤਸ਼ਾਹ ਦੇ ਬਚਨ ਹਨ ਕਿ ਹਰ ਮੰਡਲ ਵਿੱਚ ਉਹੀ ਅਨਹਦ ਬਾਣੀ ਭਾਵ ਨਾਮ ਦੀ ਕੁਦਰਤੀ ਬਿਨਾਂ ਕਿਸੇ ਆਹਤ ਤੋਂ ਪੈਦਾ ਹੋਈ ਬ੍ਰਹਮੰਡੀ ਧੁਨੀ ਨਾਦ ਜਾਂ ਕਾਸਮਿਕ ਅਨਸਟਰਕ ਮੈਲੋਡੀ ਦੀ ਅੰਮ੍ਰਿਤ ਰੂਪੀ ਵਰਖਾ ਹੁੰਦੀ ਹੈ, ਜਿਸ ਨਾਲ ਮਨ ਦੇ ਅੰਦਰ ਇਲਾਹੀ ਠੰਡਕ ਸ਼ਾਂਤ ਚਿੱਤਤਾ ਸਮਾ ਜਾਂਦੀ ਹੈ। ਅੰਮ੍ਰਿਤ ਵਰਖੈ ਅਨਹਦ ਬਾਣੀ, ਮਨ ਤਨ ਅੰਤਰ ਸਾਚ ਸ਼ਾਂਤ ਸਮਾਣੀ। ਅੰਕ 105। ਮਹਾਰਾਜ ਦੇ ਬਚਨ ਹਨ ਕਿ ਸੰਤ ਜਨ ਦੀ ਕਿਰਪਾ ਸਦਕਾ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ਅਤੇ ਗੁਣਾਂ ਦੇ ਖਜ਼ਾਨੇ ਪ੍ਰਭੂ ਦੀ ਬਖਸ਼ਿਸ਼ ਨਾਲ ਉਸ ਦੀ ਪ੍ਰਾਪਤੀ ਹੋਣ ਨਾਲ ਮਨ ਵਿੱਚ ਸਹਿਜ ਗਿਆਨ ਦੀ ਅਵਸਥਾ ਪਰਮ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਕਰੋੜਾਂ ਸੂਰਜਾਂ ਜਿੰਨਾ ਚਾਨਣ ਪ੍ਰਭੂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਸੰਤ ਪ੍ਰਸਾਦ ਮੇਰੇ ਪੂਰੇ ਪੂਰ ਮਨੋਰਥ, ਕਰ ਕਿਰਪਾ ਭੇਟੇ ਗੁਣਤਾਸ, ਸ਼ਾਂਤ ਸਹਿਜ ਸੂਖ ਮਨ ਉਪਜਿਓ, ਕੋਟ ਸੂਰ ਨਾਨਕ ਪ੍ਰਕਾਸ਼। ਕੋਟ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ। ਅੰਕ 717। ਇਹ ਨਹੀਂ ਕਿ ਚਾਨਣ ਸਿਰਫ ਗਿਆਨ ਦੇ ਪ੍ਰਤੀਕ ਵਜੋਂ ਵਰਤਿਆ ਹੈ, ਸਗੋਂ ਚਾਨਣ ਦਾ ਦਿਸਣਾ ਅਸਲੀਅਤ ਹੈ। ਉਹ ਚਾਨਣ ਆਮ ਬੰਦੇ ਨੂੰ ਤਾਂ ਸਹਿਣ ਹੀ ਨਹੀਂ ਹੁੰਦਾ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਦੀ ਵੀ ਇਸ ਅਵਸਥਾ ਦਾ ਬਿਆਨ ਬੜੇ ਸੁੰਦਰ ਸ਼ਬਦਾਂ ਵਿੱਚ ਕੀਤਾ ਹੈ ਕਿ ਜਦੋਂ ਤੱਤ ਦੀ ਵਿਚਾਰ ਭਾਵ ਵਾਹਿਗੁਰੂ ਦੇ ਵੇਖੇ ਹੋਏ ਗੁਣਾਂ ਦੇ ਪ੍ਰਗਟ ਪਹਾਰੇ ਦਰਸ਼ਨ ਹੋਣ ਲੱਗ ਪੈਣ ਤਾਂ ਬਿਨਾਂ ਆਹਤ ਤੋਂ, ਬਿਨਾਂ ਚਮੜੇ ਦੇ ਮੜੇ ਹੋਣ ਤੋਂ ਢੋਲ ਵੱਜਦਾ ਸੁਣਦਾ ਹੈ, ਬਿਨਾਂ ਸਾਵਣ ਤੋਂ ਬੱਦਲ ਦੀ ਗੜਗੜਾਹਟ ਹੁੰਦੀ ਹੈ, ਬਿਨਾਂ ਬਦਲਾਂ ਤੋਂ ਨਾਮ ਦੀ ਵਰਖਾ ਹੁੰਦੀ ਹੈ। ਅਣਮੜਿਆ ਮੰਦਲ ਬਾਜੈ, ਮੜਿਆ ਹੋਇਆ ਨਹੀਂ, ਤਬਲਾ ਢੋਲਕੀ ਤੇ ਮੜਿਆ ਹੋਇਆ ਹੁੰਦਾ ਹੈ। ਅਣਮੜਿਆ ਮੰਦਲ ਬਾਜੈ, ਬਿਨ ਸਾਵਣ ਘਨਹਰ ਗਾਜੈ, ਬਾਦਲ ਬਿਨ ਵਰਖਾ ਹੋਈ, ਜੋ ਤਤ ਵਿਚਾਰ ਹੈ ਕੋਈ। ਉਹ ਤਤ ਕੀ ਹੈ? ਉਹ ਵੇਖੀ ਹੋਈ ਵਿਚਾਰ ਹੈ। ਉਹ ਵੇਖੀ ਹੋਈ ਵਿਚਾਰ ਕਿਹੜੀ ਹੈ? ਉਹ ਵੇਖੀ ਹੋਈ ਵਿਚਾਰ ਪ੍ਰਭੂ ਦੀ ਅਤ ਮਿੱਠੀ ਹੈ। ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਬਿਰਲਾ ਕਾਹੂ ਨੇਤਰੋਂ ਡਿੱਠੀ। ਉਹ ਵਾਲੀ ਵਿਚਾਰ ਹੈ। ਹੋਰ ਬਚਨ ਕਰਦੇ ਹਨ ਕਿ ਜਦੋਂ ਪ੍ਰਭੂ ਦੇ ਅਸਲ ਦੇ ਦੀਦਾਰ ਹੋਣ ਤਦ ਆਪ ਮੁਹਾਰਾ ਗਾਇਨ ਹੋ ਉੱਠਦਾ ਹੈ। ਭਗਤ ਨੂੰ ਅੰਤਰਮੁਖੀ ਧੀਰਜ ਦੀ ਅਵਸਥਾ ਵੀ ਪ੍ਰਾਪਤ ਹੋ ਜਾਂਦੀ ਹੈ। ਹਿਰਦੇ ਵਿੱਚ ਨਾਦ ਸਮਾ ਜਾਂਦਾ ਹੈ। ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਅਥਾਹ ਪ੍ਰਕਾਸ਼ ਦਾ ਇੱਕ ਰਸ ਝਿਲਮਿਲਕਾਰ ਹੋ ਜਾਂਦਾ ਹੈ। ਬਿਨਾਂ ਆਹਤ ਵਾਲਾ ਸ਼ਬਦ ਵੱਜ ਉੱਠਦਾ ਹੈ। ਭਗਤ ਜਨ ਦੀ ਜੋਤ ਪਰਮ ਜੋਤ ਹੀ ਸਮਾ ਜਾਂਦੀ ਹੈ। ਜਿੱਥੇ ਪਹਿਲਾਂ
ਧਰਮ ਗ੍ਰੰਥਾਂ ਦੇ ਗਿਆਨ ਦਾ ਮੱਧਮ ਜਿਹਾ ਦੀਵਾ ਬਲ ਰਿਹਾ ਸੀ, ਛੰਛਾਰਾ। ਜਿੱਥੇ ਪਹਿਲਾਂ ਧਰਮ ਗ੍ਰੰਥਾਂ ਦੇ ਗਿਆਨ ਦਾ ਮੱਧਮ ਜਿਹਾ ਦੀਵਾ ਹੀ ਬਲ ਰਿਹਾ ਸੀ। ਧਰਮ ਗ੍ਰੰਥਾਂ ਦਾ ਗਿਆਨ ਮੱਧਮ ਜਿਹਾ ਦੀਵਾ ਹੀ ਹੁੰਦਾ ਹੈ, ਸਮਝ ਨਹੀਂ ਹੁੰਦੀ। ਜਿੱਥੇ ਪਹਿਲਾਂ ਧਰਮ ਗ੍ਰੰਥਾਂ ਦੇ ਗਿਆਨ ਦਾ ਮੱਧਮ ਜਿਹਾ ਦੀਵਾ ਹੀ ਬਲ ਰਿਹਾ ਹੁੰਦਾ ਹੈ, ਛੰਛਾਰਾ, ਉੱਥੇ ਬਿਜਲੀ ਦੀ ਸਥਿਰ ਚਮਕਾਰ ਦਾ ਚਾਨਣ ਗਿਆਨ ਹੋ ਜਾਂਦਾ ਹੈ। ਜਦੋਂ ਬਿਜਲੀ ਤੱਕ ਇੱਕ ਖਿਨਲੀ ਚਮਕਦੀ ਹੈ ਤੇ ਇੰਨਾ ਚਾਨਣ ਹੋ ਜਾਂਦਾ ਹੈ ਤੇ ਉੱਥੇ ਸਥਿਰ ਚਮਕਾਰ ਹੈ, ਉਹ ਜਾਂਦਾ ਹੀ ਨਹੀਂ, ਗਿਆਨ ਹੋ ਜਾਂਦਾ ਹੈ। ਸੂਰਜ ਦੀ ਰੋਸ਼ਨੀ ਇੱਕ ਰਸ ਲਗਾਤਾਰ ਦਿਸ ਪੈਂਦੀ ਹੈ, ਸਭ ਕੁਝ ਸਾਫ਼ ਦਿਸ ਪੈਂਦਾ ਹੈ। ਇਹ ਸਭ ਕੁਝ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ। ਜਬ ਦੇਖਾਂ ਤਬ ਗਾਵਾਂ, ਤੋ ਜਨ ਧੀਰਜ ਪਾਵਾਂ, ਨਾਦ ਸਮਾਈ ਲੋਰੇ ਸਤਿਗੁਰ ਭੇਟਲੇ ਦੇਵਾ। ਜਹ ਝਿਲਮਿਲ ਕਾਰ ਦਸੰਤਾ, ਤੈ ਅਨਹਤ ਸ਼ਬਦ ਬਾਜੰਤਾ। ਜੋਤੀ ਜੋਤ ਸਮਾਨੀ, ਚਮਕਾਰ ਬੀਜਲ ਤਹੀ। ਜਹ ਅਨਹਤ ਸੂਰ ਉਜਿਆਰਾ, ਤੈ ਦੀਪਕ ਜਲੈ ਛੰਛਾਰਾ। ਇਹ ਪੰਕਤੀਆਂ ਆਪ ਜੀ ਨੂੰ ਵਿੱਚੋਂ ਸੁਣਾਈਆਂ। ਸਾਰਾ ਸ਼ਬਦ ਹੀ ਇਸੇ ਟੌਪਿਕ ਤੇ ਹੈ। ਅੰਕ 657। ਬਿਜਲੀ ਦੀ ਇੱਕ ਰਸ ਚਮਕ ਜਿੰਨਾ ਚਾਨਣ, ਬਦਲਾਂ ਵਾਂਗ ਗੜਗੜਾਹਟ, ਢੋਲਕਾਂ ਆਦਿ ਸਾਜ਼ਾਂ ਦਾ ਸੰਗੀਤ ਆਦਿ ਨਿਰੇ ਪੁਰੇ ਪ੍ਰਤੀਕ ਹੀ ਨਹੀਂ, ਇਹ ਅਸਲ ਅਨੁਭਵ ਦੀਆਂ ਅਵਸਥਾਵਾਂ ਹਨ ਜੋ ਸੱਚਮੁੱਚ ਸੁਣੀਂਦੇ ਤੇ ਵੇਖਣ ਵਿੱਚ ਆਉਂਦੇ ਹਨ। ਇਹ ਭਗਤ ਜਨਾਂ, ਸਾਧੂ ਸੰਤ ਜਨਾਂ, ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਹੀ ਜਾਣ ਸਕਦੇ ਹਨ, ਦੂਜੇ ਨਹੀਂ। ਇਹ ਭਗਤ ਜਨਾਂ, ਸਾਧੂ ਸੰਤ ਜਨਾਂ, ਮਹਾਂਪੁਰਖਾਂ ਦੀ ਸੰਗਤ ਕਰਨ ਵਾਲੇ ਹੀ ਜਾਣ ਸਕਦੇ ਹਨ, ਦੂਜੇ ਨਹੀਂ। ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਹੁਸ਼ਿਆਰਪੁਰ ਵਾਲਿਆਂ ਦੀ ਜੀਵਨੀ ਤੇ ਲਿਖੀ ਗਈ ਇੱਕ ਪੁਸਤਕ। ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਹੁਸ਼ਿਆਰਪੁਰ ਵਾਲਿਆਂ ਦੀ ਜੀਵਨੀ ਤੇ ਲਿਖੀ ਗਈ ਇੱਕ ਪੁਸਤਕ ਸੇ ਕਿਨੇਹਿਆ, ਪੁਸਤਕ ਦਾ ਨਾਮ ਹੈ ਸੇ ਕਿਨੇਹਿਆ, ਵਿੱਚ ਇੱਕ ਦ੍ਰਿਸ਼ਟਾਂਤ ਆਉਂਦਾ ਹੈ ਜਿਸ ਅਨੁਸਾਰ ਮਹਾਂਪੁਰਖਾਂ ਦੀ ਸੰਗਤ ਵਿੱਚ ਇੱਕ ਬੱਚਾ ਆਇਆ ਜਿਸ ਨੂੰ ਉਹਨਾਂ ਨੇ ਗੁਰਮੰਤਰ ਵਾਹਿਗੁਰੂ ਦੇ ਜਾਪ ਵਿੱਚ ਪਰਪੱਕ ਕਰ ਦਿੱਤਾ। ਕਿਰਪਾ ਹੋ ਗਈ ਜਿਸ ਨਾਲ ਉਸ ਬਾਲਕ ਦੀ ਅਜਿਹੀ ਅਵਸਥਾ ਬਣ ਗਈ ਕਿ ਉਸ ਨੂੰ ਕਈ ਸਾਜ਼ਾਂ ਦੀਆਂ ਆਵਾਜ਼ਾਂ, ਬਦਲਾਂ ਦੀ ਗੜਗੜਾਹਟ ਆਦਿ ਸੁਣਨ ਲੱਗ ਪਏ ਸਨ। ਬਾਅਦ ਦੀ ਸੰਗਤ ਬਦਲ ਗਈ, ਅਸਲ ਸੰਗਤ ਛੁੱਟ ਗਈ, ਮਾੜੀ ਸੰਗਤ ਆ ਗਈ ਤਾਂ ਸਭ ਕੁਝ ਬੰਦ ਹੋ ਗਿਆ। ਭਗਤਾਂ ਦੇ ਇਸ ਮੰਡਲ ਦੇ ਨੇੜੇ ਹੀ ਅਕਾਲ ਪੁਰਖ ਦਾ ਸਥਾਨ ਹੈ ਜਿੱਥੇ ਉਹ ਆਪਣੀ ਸੁੰਨ ਸਮਾਧੀ ਵਿੱਚ ਲੀਨ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਉਸ ਸਥਾਨ ਨੂੰ ਗੁਫਾ ਕਿਹਾ ਹੈ। ਇੱਥੇ ਕੇਵਲ ਪੂਰਨ ਬ੍ਰਹਮ ਦਾ ਪ੍ਰਕਾਸ਼ ਵਾਸ ਹੈ। ਇਹਨਾਂ ਮੰਡਲਾਂ ਵਿੱਚ ਆਪਣੇ ਭਗਤਾਂ ਦੇ ਨਾਲ ਉਹ ਗੋਸ਼ਟੀ ਬਚਨ ਬਿਲਾਸ ਕਰਦਾ ਰਹਿੰਦਾ ਹੈ। ਧਿਆਨ ਰੱਖਣ ਦੀ ਗੱਲ ਲੋੜ ਹੈ, ਗੋਸ਼ਟੀ ਕਰਦਾ ਹੈ, ਭਗਤਾਂ ਨਾਲ ਗੱਲਬਾਤ ਕਰਦਾ ਹੈ। ਇਹਨਾਂ ਮੰਡਲਾਂ ਵਿੱਚ ਨਾ ਹਰਖ ਹੈ, ਨਾ ਸੋਗ ਹੈ, ਨਾ ਜਨਮ ਹੈ, ਨਾ ਮੌਤ ਹੈ। ਸੁਨ ਸਮਾਧ ਗੁਫਾ ਤਹਿ ਆਸਨ, ਗੁਫਾ ਸੁਨ ਸਮਾਧ ਗੁਫਾ ਤਹਿ ਆਸਨ, ਉਹਦਾ ਆਸਨ ਹੈ ਉੱਥੇ ਸੁਨ ਸਮਾਧੀ ਵਿੱਚ। ਕੇਵਲ ਬ੍ਰਹਮ ਪੂਰਨ ਤਹਿ ਬਾਸਨ, ਉਹ ਤਾਂ ਬ੍ਰਹਮ ਪੂਰਨ ਹੀ ਉਸਦਾ ਵਾਸ ਹੈ, ਹੋਰ ਕਿਸੇ ਦਾ ਨਹੀਂ। ਭਗਤ ਸੰਗ ਪ੍ਰਭ ਗੋਸ਼ਟ ਕਰਤ, ਭਗਤ ਦੇ ਨਾਲ ਗੋਸ਼ਟੀ ਕਰਦਾ। ਤੈ ਹਰਖ ਨਾ ਸੋਗ ਨਾ ਜਨਮ ਨਾ ਮਰਤ, ਅੰਕ 894। ਪਹਿਲਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਜਪ ਬਾਣੀ ਵਿੱਚ 37ਵੀਂ ਪੌੜੀ 'ਚ ਹੀ ਬਚਨ ਕਰ ਦਿੱਤੇ ਹੋਏ ਹਨ ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਉੱਥੇ ਕਈ ਲੋਕਾਂ ਦੇ ਭਗਤ ਜਨ ਵਸਦੇ ਹਨ ਅਤੇ ਸਦਾ ਆਨੰਦ ਦੀ ਅਵਸਥਾ ਵਿੱਚ ਰਹਿੰਦੇ ਹਨ। ਫਿਰ ਅੱਗੇ ਹੈ ਸੱਚਖੰਡ, ਕਰਮਖੰਡ ਤੋਂ ਅੱਗੇ ਹੈ ਸੱਚਖੰਡ ਜਿੱਥੇ ਸਿਰਫ ਨਿਰੰਕਾਰ ਵਸਦਾ ਹੈ। ਉਸਦੇ ਨਾਲ ਹੀ ਇਸ ਵਰਤਾਰੇ ਦੇ ਹੋਰ ਵੀ ਬਹੁਤ ਸੰਕੇਤ ਦਿੱਤੇ ਹਨ। ਤੇ ਤੈ ਭਗਤ ਵਸੈ ਕੇ ਲੋ ਕਰੇ ਆਨੰਦ, ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਆਖਰੀ ਪੰਕਤੀਆਂ ਹਨ। ਗੋਹਜ ਕਥਾ ਇਹ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਪ੍ਰਭੂ ਦੇ ਪ੍ਰਤੱਖ ਵੇਖੇ ਗੁਣਾਂ ਦਾ ਗਿਆਨ ਗੂੜ ਤੇ ਭੇਦ ਭਰਿਆ ਹੈ ਜਿਸ ਦਾ ਗਿਆਨ ਸਿਰਫ ਗੁਰੂ ਦੀ ਕਿਰਪਾ ਨਾਲ ਹੀ ਹੋ ਸਕਦਾ ਹੈ। ਗੋਜ ਕਥਾ ਇਹ ਗੁਰ ਤੇ ਜਾਣੀ, ਇਹ ਸਾਰਾ ਬਿਆਨ ਬਹੁਤ ਹੀ ਭੇਦ ਭਰਿਆ ਅਤੇ ਸੰਕੇਤਾਂ ਵਿੱਚ ਹੀ ਹੈ। ਇਸ ਨੂੰ ਅਕਲ ਦੁਆਰਾ, ਸ਼ਬਦਾਂ ਦੁਆਰਾ ਬਿਆਨ ਕਰਨਾ ਅਸੰਭਵ ਜਿਹੀ ਗੱਲ ਹੈ ਜਿਸ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਨੇ ਜਪ ਬਾਣੀ ਵਿੱਚ 37ਵੀਂ ਪੌੜੀ ਵਿੱਚ ਇਉਂ ਵਿਅਕਤ ਕੀਤਾ ਹੈ ਕਿ ਕਰੜੇ ਲੋਹੇ ਸਮਾਨ ਹੈ। ਨਾਨਕ ਕਥਨਾ ਕਰੜਾ ਸਾਰ, ਸਾਰ ਹੁੰਦਾ ਲੋਹਾ, ਇਹ ਬਿਆਨ ਕਰਨਾ ਬੜਾ ਕਰੜਾ ਲੋਹਾ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਦੱਸਦੇ ਹਨ ਕਿ ਨਾਮ ਰੂਪੀ ਰਤਨ ਇਸ ਕਾਇਆ ਵਿੱਚ ਹੀ ਲੁਕੇ ਰਹਿੰਦੇ ਹਨ ਜਿਨ੍ਹਾਂ ਨੂੰ ਕੋਈ ਵਿਰਲਾ ਹੀ ਗੁਰੂ ਦਾ ਸੇਵਕ ਬਣ ਕੇ ਉਸ ਅਨੁਸਾਰੀ ਹੋ ਕੇ ਖੋਤਰ ਕੇ ਭਾਵ ਮਿਹਨਤ ਕਰਕੇ ਟੋਲ ਲੈਂਦਾ ਹੈ। ਮਿਹਨਤ ਕਰਨੀ ਪੈਂਦੀ ਹੈ, ਬੰਦਗੀ ਕਰਨੀ ਪੈਂਦੀ ਹੈ। ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ। ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਜਿਸ ਨੂੰ ਉਹ ਆਪ ਹੀ ਮਾਇਆਲੀ ਨੀਂਦਰ ਤੋਂ ਜਗਾ ਕੇ ਇਸ ਸਹਿਜ ਕਥਾ ਦਾ ਰਸ ਚਖਾਉਂਦਾ ਹੈ, ਇਸ ਅਕਥ ਕਥਾ ਪ੍ਰਭੂ ਦੇ ਅਸਲ ਗੁਣਾਂ ਨੂੰ ਉਹੀ ਜਾਣ ਸਕਿਆ ਹੈ। ਜਿਸੇ ਜਗਾਏ ਪਿਆਵੇ ਇਹ ਰਸ, ਅਕਥ ਕਥਾ ਤਿਨ ਜਾਣ। ਹਰ ਇੱਕ ਨੂੰ ਨਹੀਂ ਜਾਣੀ ਜਾ ਸਕਦੀ, ਹਰ ਇੱਕ ਨਹੀਂ ਜਾਣ ਸਕਦਾ। ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਕੋਈ ਵਿਰਲਾ ਹੀ ਗੁਰੂ ਦੀ ਕਿਰਪਾ ਪ੍ਰਾਪਤ ਕਰਕੇ ਵਾਹਿਗੁਰੂ ਦੇ ਸਾਖਸ਼ਾਤ ਵਿਖੇ ਜਸ ਦੇ ਬਿਆਨ ਦੀ ਬਾਣੀ, ਵਾਰਤਾ, ਸਹਿਜ ਕਥਾ, ਨਾਮ ਦਾ ਬਖਾਨ ਕਰ ਸਕਦਾ ਹੈ। ਹਰ ਕੋਈ ਬਿਆਨ ਨਹੀਂ ਕਰ ਸਕਦਾ। ਸਫਲ ਸੋ ਬਾਣੀ ਜਿਤ ਨਾਮ ਵਖਾਣੀ, ਗੁਰ ਪ੍ਰਸਾਦ ਕਿਨੇ ਵਿਰਲੇ ਜਾਣੀ। ਅੰਕ 103। ਗੁਰਬਾਣੀ ਵਿੱਚ ਇਹਨਾਂ ਮੰਡਲਾਂ ਦੇ ਬਾਰੇ ਹੋਰ ਵੀ ਅਨੇਕ ਥਾਈਂ ਸੰਕੇਤ ਆਏ ਹਨ ਜੋ ਅਤਿਅੰਤ ਗੂੜ ਅਤੇ ਰਹੱਸਮਈ ਹਨ। ਆਖਰੀ ਪੰਕਤੀ ਹੈ ਜਿਹੜੀ ਇਹ ਗੁਜ ਕਥਾ ਗੁਰੂ ਤੇ ਜਾਣੀ ਹੈ, ਉਹਦੇ ਬਾਰੇ ਨਾਨਕ ਬੋਲੇ ਹਰ ਹਰ ਬਾਣੀ। ਨਤੀਜਾ ਕੀ ਨਿਕਲਿਆ? ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਗੁਰੂ ਤੋਂ ਪ੍ਰਭੂ ਦੀ ਗੋਜ ਕਥਾ ਜਾਣਨ ਤੋਂ ਬਾਅਦ ਮੈਂ ਤਾਂ ਸਿਰਫ ਇੱਕੋ ਹੀ ਕੰਮ ਕਰਨ ਯੋਗ ਸਮਝਿਆ ਹੈ ਅਤੇ ਕੀਤਾ ਹੈ, ਉਹ ਹੈ ਹਰ ਹਰ ਭਾਵ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਲਗਾਉਣਾ। ਉਸਦੇ ਰਹੱਸਮਈ ਗੁਣਾਂ
ਗੁਣ ਬਖਾਨ ਕਰਕੇ ਕਰਨੇ ਇਤਨੇ ਸਵਾਦਲੇ ਹਨ ਕਿ ਮੁਖੋਂ ਵਾਹ ਵਾਹ ਦੀ ਧੁਨੀ ਆਪ ਮੁਹਾਰੇ ਫੁੱਟ ਪੈਂਦੀ ਹੈ। ਵਾਹ ਵਾਹ। ਪਦ ਕਬੀਰ ਜੀ ਦਾ ਮਨ ਇੰਜ ਗਾ ਉੱਠਦਾ ਹੈ, ਵਾਹ ਵਾਹ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨ ਭਾਵਤਾ ਹੈ। ਇਸ ਲਈ ਪੰਚਮ ਪਾਤਸ਼ਾਹ ਵੀ ਉਪਦੇਸ਼ ਕਰਦੇ ਹਨ ਕਿ ਉਹ ਪ੍ਰਭੂ ਬੇਪਰਵਾਹ ਤੇ ਬੇਮੋਹਤਾਜ ਹੈ, ਇਸ ਲਈ ਉਸ ਨੂੰ ਵਾਹ ਵਾਹ ਕਹੋ। ਵੇ ਮੋਹਤਾਜ ਵੇ ਪਰਵਾਹ, ਨਾਨਕ ਦਾਸ ਕਹੋ ਗੁਰ ਵਾਹ 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 ਵਾਹ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।